ਨੰਦਨ ਪਦ ਪੰਕਜ ਬੰਦਨ ਸਿਮਰਾਂ ਅੰਗਦ ਦੁਖ ਨਿਕੰਦਨ ਅਮਰ ਦਾਸ ਗੁਰ ਹਿਰਦੈ ਧਿਆਵੰ ਹਿਰਦੈ ਧਿਆਵੰ ਸ਼੍ਰੀ ਗੁਰ ਰਾਮਦਾਸ ਗੁਣ ਗਾਵੰ ਸ਼੍ਰੀ ਅਰਜਨ ਬਿਘਨ ਕੇ ਨ ਸਕੈ ਬਿਘਨ ਕੇ ਨਾਸਕ ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੇ ਨਮੋ ਕਰ ਜੋਰੇ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਹਾਰੋਂ ਤਹਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਗੁਰ ਸਿੱਖੀ ਤਿੱਖੀ ਅਸ ਹੂੰ ਤੇ ਧਨ ਸੇ ਨਰ ਜੇ ਜਾਏ ਪਹੁੰਚੇ ਅਧਿਕ ਪ੍ਰਸੀਦੇ ਕਿਰਪਾ ਨਿਧਾਨਾ ਮ੍ਰਿਦੁਲ ਸੁਮਤ ਸੋ ਬਚਨ ਬਖਾਨਾ ਗੁਰ ਸਿੱਖੀ ਤਿੱਖੀ ਅਸ ਹੂੰ ਤੇ ਧਨ ਸੇ ਨਰ ਜੇ ਜਾਏ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਜੁਗਾਹੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ ਹਲਤ ਪਲਤ ਕੇ ਰਖਿਅਕ ਵਾਲੀਏ ਦੋ ਜਹਾਨ ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ
ਸਰਵਣ ਕਰਨ ਦੇ ਲਈ ਆਪ ਸੰਗ ਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕੋਲ ਮਾਤ ਸੁਲੱਖਣੀ ਜੀ ਜਦੋਂ ਆਏ, ਉਹਨਾਂ ਨੇ ਬੇਨਤੀ ਕਰਨੀ ਕੀਤੀ, ਕਿਹਾ ਕਿ ਸਤਿਗੁਰੂ ਮਹਾਰਾਜ ਸੁਣਿਆ ਆਪ ਜੀ ਆਪਣੇ ਥਾਂ ਦੇ ਉੱਤੇ ਗੁਰਤਾ ਗੱਦੀ ਦੇ ਉੱਤੇ ਆਪਣੇ ਬੱਚਿਆਂ ਨੂੰ ਵਾਂਝੇ ਰੱਖ ਕਰਕੇ ਆਪਣੇ ਸੇਵਕ ਨੂੰ ਗੁਰਤਾ ਗੱਦੀ ਦੇ ਰਹੇ ਹੋ। ਕੀ ਗੱਲ ਹੈ ਮਹਾਰਾਜ, ਇਹਦਾ ਕੀ ਕਾਰਨ ਹੈ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਹਾ ਕਿ ਇਹ ਜੋ ਦਾਤ ਜੋਤ ਖਸਮੈ ਵਡਿਆਈ ਤੇ ਜਿਹਨੂੰ ਪ੍ਰਮਾਤਮਾ ਭਾਉਂਦਾ ਨਾ ਉਹਨੂੰ ਹੀ ਗੁਰਤਾ ਗੱਦੀ ਦੀ ਪ੍ਰਾਪਤੀ ਹੁੰਦੀ ਹੈ, ਉਹੀ ਗੁਰੂ ਬਣਦਾ। ਇਹ ਕੋਈ ਸੰਸਾਰੀ ਵਸਤੂ ਨਹੀਂ ਹੈ, ਕਿਉਂਕਿ ਸੰਸਾਰੀ ਵਸਤੂ ਆਪਾਂ ਵੇਖਦੇ ਹਾਂ ਸੰਸਾਰ ਦੇ ਵਿੱਚ ਜਿਨ੍ਹਾਂ ਦਾ ਚੰਗਾ ਰੁਤਬਾ ਹੁੰਦਾ, ਜਿਹੜੇ ਮਾਇਆ ਧਾਰੀ ਹੁੰਦੇ ਹਨ, ਉਹ ਕਿਸੇ ਵੀ ਤਰੀਕੇ ਦੇ ਨਾਲ ਛਲ ਕਪਟ ਕਰਕੇ ਕੋਈ ਕਿੱਥੇ ਪਹੁੰਚ ਜਾਂਦਾ, ਕਿਹਨੂੰ ਕਿੱਥੇ ਪਹੁੰਚਾ ਦਿੱਤਾ ਜਾਂਦਾ। ਲੇਕਿਨ ਇਹ ਗੁਰਤਾ ਗੱਦੀ ਤਾਂ ਗੁਰੂ ਸਾਹਿਬ ਜਿਹਦੇ ਕਿਸਮਤ ਦੇ ਵਿੱਚ ਆ ਸੇਵਾ ਲਿਖੀ ਹੋਈ ਹੋਵੇਗੀ ਗੁਰਤਾ ਗੱਦੀ ਦੀ, ਉਹਨੂੰ ਹੀ ਇਹ ਪ੍ਰਾਪਤ ਹੋਵੇਗੀ। ਤੇ ਨਾਲ ਇਹਦੀ ਪਰਖ ਕਰਨ ਵਾਸਤੇ, ਉਹਨਾਂ ਦੀ ਤਸੱਲੀ ਕਰਨ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਇੱਕ ਕੌਤਕ ਵਰਤਾਇਆ। ਮਹਾਰਾਜ ਬੈਠੇ ਹੋਏ ਹਨ, ਉਹਨੇ ਕੋ ਚਿਰ ਨੂੰ ਇੱਕ ਬਿੱਲੀ ਜਿਹੜੀ ਹੈ ਉਹ ਅੱਧ ਖਾਦਾ ਚੂਆ ਲੈ ਕੇ ਜਾ ਰਹੀ ਸੀ। ਤੇ ਸਿੱਖਾਂ ਨੂੰ ਵੇਖ ਕਰ ਸਤਿਗੁਰੂ ਮਹਾਰਾਜ ਜੀ ਨੇ ਵੇਖਿਆ, ਬਾਬੇ ਸ਼੍ਰੀ ਚੰਦ ਨੂੰ ਕਿਹਾ, ਉਹਨੇ ਵੀ ਇਨਕਾਰ ਕਰ ਦਿੱਤਾ। ਬਾਅਦ ਵਿੱਚ ਬਾਬਾ ਲਖਮੀ ਦਾਸ ਨੂੰ ਕਿਹਾ ਕਿ ਤੁਸੀਂ ਇਹਨੂੰ ਚੁੱਕ ਕਰਕੇ ਬਾਹਰ ਸੁੱਟ ਕੇ ਆਓ। ਉਹਨਾਂ ਨੇ ਵੀ ਇਨਕਾਰ ਕਰ ਦਿੱਤਾ। ਕਿਹਾ ਸਤਿਗੁਰੂ ਮਹਾਰਾਜ ਨੌਕਰ ਚਾਕਰ ਕਿੰਨੇ ਰੱਖੇ ਹੋਏ ਹਨ, ਇਹ ਮੈਂ ਜੇ ਮਰੀ ਹੋਈ ਚੂਈ ਨੂੰ ਚੱਕਾਂਗਾ ਤੇ ਮੇਰੇ ਹੱਥ ਲਿਬੜ ਜਾਣਗੇ, ਮੈਂ ਇਹ ਨਹੀਂ ਕਰ ਸਕਦਾ। ਸਿੱਧਾ ਜਦੋਂ ਜਵਾਬ ਦੇ ਦਿੱਤਾ ਤੇ ਸਤਿਗੁਰੂ ਮਹਾਰਾਜ ਜੀ ਨੇ ਸਤਿਗੁਰੂ ਮਹਾਰਾਜ ਤੁਰੰਤ ਉੱਠ ਕਰਕੇ ਉਹ ਮਰੀ ਹੋਈ ਚੂਈ ਜਿਹੜੀ ਹੈ ਉਹਨੂੰ ਬਾਹਰ ਸੁੱਟ ਕਰਕੇ ਆਏ। ਫਿਰ ਮਹਾਰਾਜ ਜੀ ਨੇ ਦੂਜਾ ਪਰਚਾ ਪਾਇਆ। ਅੱਧੀ ਰਾਤ ਨੂੰ ਕਿਹਾ, ਆਪਣੇ ਸਪੁੱਤਰਾਂ ਨੂੰ ਕਿਹਾ ਕਿ ਭਾਈ ਆ ਬਸਤਰ ਜਿਹੜਾ ਚਾਦਰਾ ਮਲੀਨ ਹੋ ਗਿਆ, ਇਹ ਜਾਓ ਜਾ ਕਰਕੇ ਹੁਣੇ ਇਹਨੂੰ ਧੋ ਕਰਕੇ ਪਖਾਰ ਕਰਕੇ ਸੁਖਾ ਕਰਕੇ ਲੈ ਕੇ ਆਉਣਾ, ਦੇਰੀ ਨਹੀਂ ਕਰਨੀ ਹੈ। ਤੇ ਉਹਨਾਂ ਨੇ ਕਹਿ ਦਿੱਤਾ ਸਤਿਗੁਰੂ ਮਹਾਰਾਜ ਇਹ ਕੰਮ ਸਾਡੇ ਤੋਂ ਨਹੀਂ ਹੋ ਸਕਦਾ, ਜੇ ਜਾਵਾਂਗੇ ਧੋਵਾਂਗੇ, ਕਿਉਂਕਿ ਸਰਦ ਦੀ ਰੁੱਤ ਹੈ, ਸਾਡੇ ਹੱਥ ਪੈਰ ਠਰ ਸਕਦੇ ਹਨ। ਤੇ ਨਾਲ ਮਹਾਰਾਜ ਬਾਰ-ਬਾਰ ਜੰਗਲੀ ਜਾਨਵਰਾਂ ਦਾ ਵੀ ਬਹੁਤ ਜ਼ਿਆਦਾ ਖਤਰਾ ਹੈ, ਇਹ ਕੰਮ ਅਸੀਂ ਨਹੀਂ ਕਰ ਸਕਦੇ, ਆਪਣੇ ਸੇਵਕਾਂ ਨੂੰ ਲਾ ਦੇਵਾਂਗੇ। ਜੇ ਤੁਸੀਂ ਕਹੋਗੇ ਤਾਂ ਦਿਨੇ ਮਹਾਰਾਜ ਹੁਣ ਇੰਨੀ ਕਾਦੀ ਕਾੜੀ ਹੈ, ਕੋਈ ਗੱਲ ਨਹੀਂ ਹੈ, ਇੱਕ ਚਾਦਰਾ ਖਰਾਬ ਹੋ ਗਿਆ, ਆਪ ਜੀ ਦੂਜਾ ਚਾਦਰਾ ਲੈ ਲੈਣਾ ਕਰੋ ਤੇ ਇਹਨੂੰ ਸਵੇਰੇ ਅਸੀਂ ਜਾ ਕਰਕੇ ਧੁਆ ਕਰਕੇ ਲੈ ਕੇ ਆਵਾਂਗੇ। ਉਹਨਾਂ ਨੇ ਵੀ ਇਨਕਾਰ ਕਰ ਦਿੱਤਾ। ਬਾਬਾ ਲੈਣਾ ਜੀ ਨੂੰ ਜਦੋਂ ਕਿਹਾ ਤੇ ਉਸੇ ਵੇਲੇ ਬਾਬਾ ਲੈਣਾ ਜੀ ਉੱਠ ਕਰਕੇ ਚੱਲ ਗਏ ਤੇ ਅੱਧੀ ਰਾਤ ਨੂੰ ਜਾ ਕਰਕੇ ਉਹਨੂੰ ਚੰਗੀ ਤਰ੍ਹਾਂ ਪਖਾਰ ਕਰਕੇ ਸੁਖਾ ਕਰਕੇ ਹੀ ਮਹਾਰਾਜ ਜੀ ਦਾ ਹੁਕਮ ਪੂਰਾ ਕਰਕੇ ਹੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪਹੁੰਚਦੇ ਹਨ। ਫਿਰ ਤੀਜਾ ਪਰਚਾ ਪਾਇਆ। ਸਤਿਗੁਰੂ ਮਹਾਰਾਜ ਬੈਠੇ ਹੋਏ, ਨਾਲ ਗੰਦਗੀ ਦਾ ਜੋ ਛੱਪੜ ਤੇ ਉਹਦੇ ਵਿੱਚ ਇੱਕ ਭਾਂਡਾ ਮਹਾਰਾਜ ਜੀ ਨੇ ਸੁੱਟ ਦਿੱਤਾ। ਤੇ ਫਿਰ ਗੁਰੂ ਪੁੱਤਰਾਂ ਨੂੰ ਕਿਹਾ ਗਿਆ ਕਿ ਭਾਂਡਾ ਲੈ ਕਰਕੇ ਆਓ, ਇਹਨੂੰ ਚੰਗੀ ਤਰ੍ਹਾਂ ਧੋ ਕਰਕੇ ਲੈ ਕੇ ਆਉਣਾ। ਉਹਨਾਂ ਨੇ ਜਦੋਂ ਇਨਕਾਰ ਕਰ ਦਿੱਤਾ, ਬਾਬਾ ਲੈਣਾ ਜੀ ਉਹਨਾਂ ਨੇ ਕੱਪੜਿਆਂ ਦੀ ਕੋਈ ਪਰਵਾਹ ਨਹੀਂ ਕੀਤੀ ਹੈ। ਉਸੇ ਵੇਲੇ ਜਾ ਕਰਕੇ ਕੱਪੜੇ ਉਹਨਾਂ ਦੇ ਗੰਦਗੀ ਦੇ ਵਿੱਚ ਲਿਬੜ ਗਏ, ਲੇਕਿਨ ਸਤਿਗੁਰੂ ਮਹਾਰਾਜ ਜੀ ਦਾ ਬਚਨ ਉਹਨਾਂ ਨੇ ਵਿਅਰਥ ਨਹੀਂ ਜਾਣ ਦਿੱਤਾ। ਮਹਾਰਾਜ ਜੀ ਨੇ ਜੋ ਬਚਨ ਕਿਹਾ ਉਹ ਬਚਨ ਨੂੰ ਮੰਨ ਕਰਕੇ ਭਾਂਡਾ ਗੰਦਗੀ ਦੇ ਵਿੱਚੋਂ ਕੱਢ ਕੇ ਲੈ ਕੇ ਆਏ।
ਉਹਨੂੰ ਚੰਗੀ ਤਰ੍ਹਾਂ ਸਵਾਰ ਕਰਕੇ ਸਤਿਗੁਰੂ ਪਿਆਰਿਓ ਆਮ ਸਾਂ ਦੀ ਤਸੱਲੀ ਕਰਾਉਣ ਦੇ ਵਾਸਤੇ ਇਹ ਨਾ ਸਮਝ ਲਿਓ ਕਿ ਭਾਈ ਨਹੀਂ ਪਿਆਰਿਓ ਹੱਕ ਤਾਂ ਦਰਗਾਹ ਤੋਂ ਸੀ ਬਾਬਾ ਲੈਣਾ ਜੀ ਤੋਂ ਦੀ ਪ੍ਰਾਪਤੀ ਹੋ ਚੁੱਕੀ ਸੀ। ਪਰਮਾਤਮਾ ਨੇ ਦੂਜੇ ਗੁਰੂ ਥਾਪ ਕਰਕੇ ਹੀ ਉਹਨਾਂ ਨੂੰ ਸੰਸਾਰ ਦੇ ਕੀਤਾ, ਕਿਉਂਕਿ ਦਾਸ ਨੇ ਕਲ ਦੇ ਦੀਵਾਨ ਦੇ ਵਿੱਚ ਗੁਰਤਾ ਗੱਦੀ ਦੀ ਪ੍ਰਾਪਤੀ ਵਾਸਤੇ ਲੋਕਾਂ ਨੇ ਬਥੇਰੇ ਦਾਅਵੇ ਕਰਨੇ ਕੀਤੇ ਸਨ। ਕੋਈ ਸਰਕਾਰੀ ਦਰਬਾਰੀ ਜਾ ਕਰਕੇ ਉਥੋਂ ਲਿਖਤ ਬਣਾ ਕਰਕੇ ਕਿ ਭਾਈ ਆਈ ਅਸਲੀ ਗੁਰੂ ਹੈ। ਕਈਆਂ ਨੇ ਪਿਆਰਿਓ ਦਾਅਵੇ ਕਰਨੇ ਕੀਤੇ ਤੇ ਕਈ ਅਖੌਤੀ ਗੁਰੂ ਬਣ ਕਰਕੇ ਵੀ ਬੈਠ ਗਏ। ਨਾਵੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੇਲੇ ਤਾਂ ਆਪ ਜੀ ਨੂੰ ਪਤਾ ਹੋਵੇਗਾ, ਜਦੋਂ ਮੱਖਣ ਸ਼ਾਹ ਲੁਬਾਣਾ ਸ਼ਰਧਾ ਭਾਵਨਾ ਦੇ ਨਾਲ ਬਕਾਲਾ ਸਾਹਿਬ ਦੀ ਧਰਤੀ ਤੇ ਜਦੋਂ ਜਾਂਦਾ, ਉੱਥੇ ਕੀ ਤੱਕਦਾ? ਉੱਥੇ ਤਾਂ ਇੱਕ ਗੁਰੂ ਨੂੰ ਲੱਭਣ ਵਾਸਤੇ ਆਇਆ, ਇੱਥੇ ਤਾਂ ਗੁਰੂਆਂ ਦਾ ਅੰਬਾਰ ਲੱਗ ਗਿਆ। ਤੇ ਜਿਸ ਤਰ੍ਹਾਂ ਕਿ ਕੋਈ ਚੀਜ਼ ਆਪਾਂ ਖਰੀਦਦੇ ਹਾਂ, ਕੋਈ ਚੀਜ਼ ਵਿਕਦੀ ਹੈ, ਇਸ ਤਰ੍ਹਾਂ ਉੱਥੇ ਗਲੀਆਂ ਬਾਜ਼ਾਰਾਂ ਦੇ ਵਿੱਚ ਗੁਰੂ ਵਿਕ ਰਹੇ ਸਨ। ਕੋਈ ਕਹਿੰਦਾ ਜੀ ਗੁਰੂ ਇੱਥੇ ਆ, ਇੱਥੇ ਆ, ਅਸਲੀ ਗੁਰੂ ਇੱਥੇ ਆ, ਕੋਈ ਉੱਥੇ ਕਹਿੰਦਾ, ਤੇ ਸਾਰਿਆਂ ਦੇ ਕੋਲ ਜਾ ਜਾ ਕਰਕੇ ਥੱਕ ਗਿਆ। ਤਕਰੀਬਨ ਪਿਆਰਿਓ ਇਤਿਹਾਸਕਾਰ ਦੱਸਦੇ ਹਨ ਕਿ 22 ਮੰਜੀਆਂ ਉੱਥੇ ਲੋਕਾਂ ਨੇ ਲਾ ਕਰਕੇ ਬੈਣਾ ਕੀਤਾ। ਇਹ ਹਰ ਕੋਈ ਦਾਵਾ ਕਰਦਾ ਸੀ ਕਿ ਅਸਲੀ ਗੁਰੂ ਅਸੀਂ ਹੈ, ਅਸਲੀ ਗੁਰੂ ਅਸੀਂ ਹੈ। ਕੋਈ ਸਭ ਤੋਂ ਵੱਡਾ ਕੋਈ ਲਿਖਤ ਬਣਾ ਕਰਕੇ, ਕੋਈ ਕਾਗਜ਼ ਬਣਾ ਕਰਕੇ, ਕੋਈ ਆਪਣੇ ਆਪ ਨੂੰ ਐਥੈਂਟਿਕ ਸਾਬਤ ਕਰਨ ਵਾਸਤੇ ਬੜੇ ਯਤਨ ਕੀਤੇ, ਲੇਕਿਨ ਅਸਲੀ ਗੁਰੂ ਤਾਂ ਪਿਆਰਿਓ ਅਸਲੀ ਗੁਰੂ ਹੀ ਹੁੰਦਾ ਹੈ। ਇਹ ਸੰਸਾਰੀ ਤਾਕਤ ਦੇ ਨਾਲ, ਸੰਸਾਰੀ ਛਲ ਕਪਟ ਦੇ ਨਾਲ ਕੋਈ ਗੁਰੂ ਨਹੀਂ ਬਣ ਸਕਦਾ। ਇਹ ਤਾਂ ਹੋ ਸਕਦਾ ਸੰਸਾਰ ਦੇ ਵਿੱਚ ਆਪਾਂ ਵੇਖਦੇ ਹਾਂ ਕਈ ਬੰਦੇ ਛਲ ਕਪਟ ਦੇ ਨਾਲ ਉੱਚ ਅਸਥਾਨਾਂ ਤੇ ਮਰਾਦਬਿਆਂ ਤੇ ਪਹੁੰਚ ਜਾਂਦੇ ਆ, ਉਹਨਾਂ ਨੂੰ ਪਹੁੰਚਾ ਦਿੱਤਾ ਜਾਂਦਾ। ਲੇਕਿਨ ਗੁਰਤਾ ਗੱਦੀ ਜਿਹੜੀ ਹੈ ਨਾ, ਗੁਰੂ ਬਣਨਾ ਅਸਲੀ, ਇਹ ਕਿਤੇ ਪਿਓ ਦੀ ਜਾਗੀਰ ਨਹੀਂ ਹੈ। ਇਹ ਤਾਂ ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਜਿਹਨੂੰ ਪਰਮਾਤਮਾ ਭਾਉਂਦਾ, ਜਿਹਦੇ ਉੱਤੇ ਉਹਦੀ ਰਹਿਮ ਹੈ, ਉਹ ਧੁਰ ਦਰਗਾਹ ਤੋਂ ਹੀ ਗੁਰੂ ਬਣ ਕੇ ਆਉਂਦੇ ਹਨ। ਤੇ ਆਪ ਜਿਹੜੀ ਹੈ ਗੁਰਤਾ ਗੱਦੀ ਉਹਨਾਂ ਦੇ ਕੋਲ ਚੱਲ ਕਰਕੇ ਜਾਂਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਇਹ ਬਾਰੀ ਤੌਰ ਤੇ ਵੀ ਦਿਖਾਉਣ ਵਾਸਤੇ ਕਿ ਕੋਈ ਇਹ ਨਾ ਹੋਵੇ ਕੱਲ ਨੂੰ ਕੋਈ ਆ ਕਰਕੇ ਇਹ ਨਾ ਤਰਕ ਕਰ ਦਵੇ ਕਿ ਮਹਾਰਾਜ ਆਪ ਜੀ ਨੇ ਕੀ ਪਰਖ ਕਰਨਾ ਕੀਤਾ ਹੈ। ਬੇਸ਼ੱਕ ਪਿਆਰਿਓ ਗੁਰ ਬਾਬਾ ਅੰਗਦ ਦੇਵ ਜੀ ਮਹਾਰਾਜ, ਬਾਬਾ ਲੈਣਾ ਜੀ, ਉਹਨਾਂ ਨੂੰ ਤਾਂ ਪਤਾ ਹੀ ਸੀ ਪਰਮਾਤਮਾ ਨੇ ਤਾਂ ਦੂਜਾ ਗੁਰੂ ਕਰਕੇ ਹੀ ਉਹਨਾਂ ਨੂੰ ਸੰਸਾਰ ਦੇ ਵਿੱਚ ਭੇਜਣਾ ਕੀਤਾ। ਬੇਸ਼ੱਕ ਇਹ ਚੋਜ ਵੱਖਰਾ ਵਰਤਿਆ, ਉਹ ਪਹਿਲੇ ਜਾਂਦੇ ਸਨ ਤੀਰਥਾਂ ਤੇ ਦਰਸ਼ਨ ਕਰਨ ਵਾਸਤੇ, ਫਿਰ ਗੁਰੂ ਘਰ ਦੇ ਵਿੱਚ ਆਏ, ਲੇਕਿਨ ਧੁਰ ਦਰਗਾਹ ਤੋਂ ਹੀ ਉਹਨਾਂ ਨੂੰ ਬਖਸ਼ੀਸ਼ ਦੀ ਪ੍ਰਾਪਤੀ ਹੋਈ ਸੀ। ਲੇਕਿਨ ਫਿਰ ਵੀ ਸੰਸਾਰੀ ਲੋਕਾਂ ਨੂੰ ਦਿਖਾਉਣ ਦੇ ਵਾਸਤੇ, ਸੰਸਾਰੀ ਕਸੌਟੀ ਵੀ ਦੇ ਉੱਤੇ ਵੀ ਪੂਰਾ ਉਹਨਾਂ ਨੂੰ ਸਾਬਿਤ ਕਰਨ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਇਹ ਪਰਚੇ ਪਾਉਣੇ ਕੀਤੇ। ਇਸ ਕਰਕੇ ਮਤਾ ਕਿਤੇ ਸੰਗਤਾਂ ਆਉਂਦੀਆਂ ਤੇ ਫਿਰ ਲਿਖਿਆ ਹੁੰਦਾ ਜੀ ਫਲਾਣਾ ਸਿੰਘ ਕਰਕੇ। ਲੇਕਿਨ ਜਦੋਂ ਉਹਦੀ ਪਰਚੀ ਦੇ ਉੱਤੇ ਲਿਖਿਆ ਹੁੰਦਾ ਫਲਾਣਾ ਸਿੰਘ ਦੀ ਅਰਦਾਸ, ਤੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਵੇਖਦੇ ਹਾਂ ਕਿ ਭਾਈ ਇਹਨੇ ਤਾਂ ਨਾਮ ਤਾਂ ਲਿਖਾਉਣਾ ਕੀਤਾ ਆਪਣਾ ਸਿੰਘ ਹੈ, ਲੇਕਿਨ ਸਿੰਘਾਂ ਦੇ ਕੋਈ ਨਕਸ਼ ਜਿਹੜੇ ਹਨ, ਕੋਈ ਚਿੰਨ੍ਹ ਉਹਦੇ ਉੱਤੇ ਮੌਜੂਦ ਨਹੀਂ ਹੈ। ਹੱਥ ਵਿੱਚ ਕੜਾ ਨਹੀਂ ਹੈ, ਕੇਸ ਸਿਰ ਦੇ ਉੱਤੇ ਕੇਸ ਨਹੀਂ ਹੈ, ਦਾੜਾ ਵੀ ਉਹਦਾ ਕੱਟਿਆ ਹੋਇਆ। ਐਵੇਂ ਨਾਮ ਮਾਤਰ ਉਹਨਾਂ ਨੇ ਆਪਣਾ ਨਾਮ ਸਿੰਘ ਧਰਾਉਣਾ ਕੀਤਾ। ਫਿਰ ਜੇ ਕਈ ਵਾਰੀ ਇਹਨਾਂ ਨੂੰ ਪੁੱਛਦੇ ਆ, ਇਹ ਕੱਚੇ ਪਿੱਲੇ, ਇਹ ਬਹੁਤ ਪਿਆਰਿਓ ਚਲਾਕ ਹੁੰਦੇ ਹਨ। ਮਹਾਰਾਜ ਜੀ ਨੇ ਕਿਹਾ ਨਾ, ਜਿਉ ਨਿਗੁਰਾ ਬਹੁ ਬਾਤਾਂ ਜਾਣੈ, ਉਹ ਹਰ ਦਰਗਾਹ ਹੈ ਭ੍ਰਸ਼ਟੀ। ਬੰਦਾ ਜਿਹੜਾ ਨਾ ਉਹ ਬੜਾ ਚਲਾਕ ਹੁੰਦਾ, ਬਹੁਤ ਗੱਲਾਂ ਬਾਤਾਂ ਦੇ ਵਿੱਚ ਉਹ ਹੁਸ਼ਿਆਰ ਹੁੰਦਾ।
ਉਹਨੂੰ ਬੋਲੋ ਨਾ ਕਿ ਭਾਈ ਕੀ ਗੱਲ ਹੈ, ਕਿਉਂ। ਉਹ ਤਰ੍ਹਾਂ ਤਰ੍ਹਾਂ ਦੇ ਤਰਕ ਕਰ ਦਿੰਦਾ। ਉਹ ਕਹਿੰਦਾ ਜੀ ਮੈਨੂੰ ਡਾਕਟਰ ਨੇ ਮਨਾ ਕਰ ਦਿੱਤਾ, ਮੇਰੇ ਸਿਰ ਦੇ ਵਿੱਚ ਪਾਣੀ ਭਰ ਗਿਆ ਸੀ ਤੇ ਡਾਕਟਰ ਨੇ ਕਿਹਾ ਛੇਤੀ ਜਾ ਕਰਕੇ ਭਾਈ ਤੂੰ ਕੇਸਾਂ ਨੂੰ ਕੱਟ ਦੇਣਾ ਕਰ। ਕਈ ਪਿਆਰਿਓ ਕੁਛ ਵੀ ਬਹਾਨੇ ਲਾਉਂਦੇ ਹੁੰਦੇ ਪੰਜਾਬ ਦੀ ਧਰਤੀ ਤੇ ਕਹਿੰਦੇ ਭਾਈ ਪੰਜਾਬ ਦੀ ਸਿੱਖਾਂ ਗੜ ਹੈ, ਇਹ ਸਿੱਖਾਂ ਦੀ ਧਰਤੀ ਹੈ। ਤੇ ਕਾਰੀ ਜਦੋਂ ਆਪਾਂ ਉਹਨਾਂ ਨੂੰ ਪੁੱਛਦੇ ਹਾਂ ਕਿ ਭਾਈ ਕੀ ਗੱਲ ਹੈ, ਕੇਸਾਂ ਦੀ ਕਿਉਂ ਬੇਅਦਬੀ ਕਰੀਏ, ਮੈਂ ਸਰਕਾਰੀ ਮੁਲਾਜ਼ਮ ਹਾਂ, ਮੈਂ ਜਦੋਂ ਡਿਊਟੀ ਲੱਗਿਆ ਨਾ ਮੇਰੇ ਅਫਸਰ ਨੇ ਸਿੱਧਾ ਕਹਿ ਦਿੱਤਾ ਕਿ ਭਾਈ ਤੂੰ ਕੇਸ ਰੱਖ ਕਰਕੇ ਤੈਨੂੰ ਕੇਸ ਆਉਣੇ ਪੈਣਗੇ। ਤਾਂ ਜਾ ਕਰਕੇ ਮੈਂ ਜ਼ਬਰਦਸਤੀ ਫਿਰ ਕੇਸਾਂ ਦੀ ਮੈਨੂੰ ਬੇਅਦਬੀ ਕਰਾਉਣੀ ਪਈ, ਮੈਨੂੰ ਕੇਸ ਜਿਹੜੇ ਹਨ ਉਹ ਕੱਟਣੇ ਪਏ ਹਨ। ਇਸ ਤਰ੍ਹਾਂ ਪਿਆਰਿਓ ਆ ਭਾਈ ਮੋਬਾਈਲ ਕਿਹਦਾ ਵੱਜਦਾ ਬੰਦ ਕਰ ਦਿਓ। ਇਸ ਤਰ੍ਹਾਂ ਪਿਆਰਿਓ ਤਰ੍ਹਾਂ ਤਰ੍ਹਾਂ ਦੀ ਬਹੁਤ ਜ਼ਿਆਦੀ ਬਹਾਨੇਬਾਜ਼ੀ ਲਾਉਣਾ ਹੈ, ਕਿਉਂਕਿ ਉਹੀ ਸਰਕਾਰ ਜਿਹੜੀ ਹੈ ਫਿਰ ਸਰਕਾਰਾਂ ਦੇ ਉੱਤੇ ਦੋਸ਼ ਦਿੰਦੇ ਕਿ ਸਰਕਾਰ ਜਿਹੜੀ ਹੈ ਭਾਈ ਕੇਸਾਧਾਰੀ ਨੂੰ ਨਹੀਂ ਰੱਖਦੀ ਹੈ। ਲੇਕਿਨ ਪਿਆਰਿਓ ਸ਼ਰਮ ਦੇ ਨਾਲ ਉਹਨਾਂ ਨੂੰ ਮਰ ਜਾਣਾ ਚਾਹੀਦਾ, ਇਹੋ ਜਿਹੀਆਂ ਗੱਲਾਂ ਬਣਾ ਕਰਕੇ ਆਪਣੀ ਜਿਹੜੀ ਹੈ ਗਲਤ ਕੰਮ ਉਹਦੇ ਉੱਤੇ ਛੁਪਾ ਦਿੰਦੇ। ਕਦੇ ਆ ਕਰਕੇ ਸਾਡੇ ਵੀ ਇਲਾਕੇ ਤੇ ਵੇਖਣਾ ਕਰੋ, ਮਹਾਰਾਸ਼ਟਰ ਦਾ ਇਲਾਕਾ ਕਿੰਨੇ ਕੋ ਸਿੱਖ ਹਨ ਪਿਆਰਿਓ, ਗਿਣਤੀ ਦੇ ਸਿੱਖ ਹਨ। ਜੇ ਆਮ ਅਸੀਂ ਹਜੂਰ ਸਾਹਿਬ ਦੀ ਗੱਲ ਕਰ ਲਈਏ, ਪੂਰੇ ਜ਼ਿਲ੍ਹੇ ਦੀ ਆਬਾਦੀ 6 ਲੱਖ ਤੋਂ ਵੱਧ ਹੈ ਤੇ ਸਿੰਘਾਂ ਦੀ ਹੈ। ਇਹ ਅਧਿਕਾਰੀ ਜਿਹੜੇ ਹਨ ਸਿਗਰਟਾਂ ਤੰਬਾਕੂ ਆਦਿ ਇਹਦੀ ਬਹੁਤ ਜ਼ਿਆਦੀ ਭੈੜੀ ਇਹਨਾਂ ਨੂੰ ਲੱਤ ਲੱਗੀ ਹੈ, ਦੁਰਵਰਤੋਂ ਕਰਦੇ। ਲੇਕਿਨ ਹੁੰਦਾ ਉਹ ਅਧਿਕਾਰੀ, ਲੇਕਿਨ ਉਹਦੇ ਹੱਥ ਦੇ ਥੱਲੇ ਕੋਈ ਸਿੱਖ ਹੈ ਤੇ ਸਿੱਖ ਜਦੋਂ ਤੱਕ ਬੈਠਿਆ ਹੋਵੇ ਨਾ ਉਹ ਇਸ ਜ਼ਰਦਾ ਤੰਬਾਕੂ ਦੀ, ਜੇ ਸਿੱਖ ਨੂੰ ਵੇਖ ਕਰਕੇ ਉਹ ਵੀ ਇਹ ਹੋ ਜਾਂਦਾ, ਜਾਂ ਫਿਰ ਕਹਿ ਦਿੰਦਾ ਕਿ ਖਾਲਸਾ ਜੀ ਸਿੰਘ ਜੀ ਤੁਸੀਂ ਚੱਲ ਜਾਓ, ਅਸੀਂ ਆ ਦੂਜਾ ਕੰਮ ਕਰਨਾ। ਕਹਿਣ ਦਾ ਭਾਵ ਕਿ ਉਹਨਾਂ ਸਤਿਕਾਰ ਕਰਿਓ, ਇਹ ਦਸਤਾਰ ਸਤਿਗੁਰੂ ਮਹਾਰਾਜ ਜੀ ਨੇ ਦਿੱਤੀ ਹੈ, ਆ ਸਿੱਖੀ ਸਿਦਕ ਸਤਿਗੁਰੂ ਮਹਾਰਾਜ ਜੀ ਨੇ ਦਿੱਤਾ ਹੈ। ਜੇ ਆਪਾਂ ਚੜ੍ਹਦੀ ਕਲਾ ਦੇ ਵਿੱਚ ਇੱਕ ਨਵੇਕਲੇ ਬਣ ਕਰਕੇ ਦ੍ਰਿੜ ਹੋ ਕਰਕੇ ਸਿੱਖੀ ਦੇ ਉੱਤੇ ਪੈਰਾ ਦਈਏ ਤਾਂ ਸਾਰਾ ਸੰਸਾਰ ਆਪ ਜੀ ਦੇ ਅੱਗੇ ਨਤਮਸਤਕ ਹੋਵੇਗਾ, ਸਾਰਿਆਂ ਦੇ ਹੱਥ ਜੁੜ ਜਾਣਗੇ। ਇਹ ਫਿਰ ਤਰ੍ਹਾਂ ਤਰ੍ਹਾਂ ਦੀ ਇਹ ਬਹਾਨੇਬਾਜ਼ੀ ਲਾਉਂਦੇ ਹਨ ਕਿ ਕਹਿ ਦਿੰਦੇ ਜੀ ਮੈਂ ਡਿਊਟੀ ਤੇ ਨਹੀਂ ਜਾ ਸਕਦਾ ਤਾਂ ਜਾ ਕਰਕੇ ਮੈਨੇ ਕੇਸਾਂ ਦੀ ਬੇਅਦਬੀ ਕਰ ਲਈ। ਨਹੀਂ ਪਿਆਰਿਓ, ਇਹ ਸਭ ਮਨ ਘੜਤ ਗੱਲਾਂ ਹਨ। ਅੱਜ ਆਪ ਜੀ ਵਿਦੇਸ਼ਾਂ ਦੇ ਵਿੱਚ ਵੇਖੋ, ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਤੇ ਕਈ ਇਹੋ ਜਿਹੇ ਦੇਸ਼ ਹਨ ਜਿਨ੍ਹਾਂ ਨੇ ਦਸਤਾਰ ਨੂੰ ਬੈਨ ਕਰ ਦਿੱਤਾ ਸੀ, ਆਸਟ੍ਰੇਲੀਆ ਆਦਿਕ, ਔਰ ਕਈ ਦੇਸ਼ਾਂ ਦੇ ਵਿੱਚ ਉਹਨਾਂ ਨੇ ਪਾਬੰਦੀ ਲਾ ਦਿੱਤੀ। ਸਿੰਘਾਂ ਨੇ ਫਿਰ ਜੁਝਾਰੂ ਸਿੰਘਾਂ ਨੇ ਜੂਝਣਾ ਕੀਤਾ ਤੇ ਸਰਕਾਰ ਨੂੰ ਉਹ ਫੈਸਲਾ ਜਿਹੜਾ ਹੈ ਉਹ ਵਾਪਸ ਲੈਣਾ ਪਿਆ। ਫਿਰ ਸਰਕਾਰ ਬੈਕਫੁੱਟ ਤੇ ਆ ਕਰਕੇ ਜਿਹੜੇ ਕੇਸਾਧਾਰੀ ਦਸਤਾਰਧਾਰੀ ਸਿੰਘ ਜਿਹੜੇ ਸਨ ਉਹਨਾਂ ਨੂੰ ਸਰਕਾਰ ਦੇ ਵਿੱਚ ਉੱਚ ਅਦਾਰਿਆਂ ਦੇ ਉੱਤੇ ਉਹਨਾਂ ਨੂੰ ਬਿਠਾਇਆ ਗਿਆ ਤੇ ਉਹਨਾਂ ਨੂੰ ਸੁਸ਼ੋਭਿਤ ਕੀਤਾ ਗਿਆ। ਕਿਉਂਕਿ ਕਈ ਪਿਆਰਿਓ ਕਹਿ ਦਿੰਦੇ ਕਿ ਨਹੀਂ, ਇੱਕ ਆਇਆ ਸੀ, ਮੈਂ ਉਹਨੂੰ ਕਿਹਾ ਕਿ ਭਾਈ ਤੂੰ ਤਾਂ ਬਹੁਤ ਵਧੀਆ ਲੱਗਦਾ ਸੀ, ਕੇਸਾਧਾਰੀ ਸੀ, ਕੇਸਾਂ ਦੀ ਕਿਉਂ ਬੇਅਦਬੀ ਕਰਨੀ ਕੀਤੀ। ਉਹਨੇ ਕਹਿ ਦਿੱਤਾ ਜੀ ਬਾਬਾ ਜੀ ਕੀ ਦਸੀਏ ਜੀ, ਕੀੜੇ ਪੈ ਗਏ, ਜੂਆਂ ਪੈ ਗਈਆਂ, ਇਸ ਕਰਕੇ ਡਾਕਟਰ ਨੇ ਕਹਿ ਦਿੱਤਾ ਕਿ ਭਾਈ ਤੂੰ ਛੇਤੀ ਕੇਸ ਕਟਾ ਦੇ, ਨਹੀਂ ਤਾਂ ਜੂਆਂ ਅੰਦਰ ਵੜ ਜਾਣਗੀਆਂ, ਤੇਰਾ ਦਿਮਾਗ ਖਾ ਜਾਣਗੀਆਂ। ਜੂਆਂ ਪਿਆਰਿਓ ਕਿਹਨੂੰ ਨਹੀਂ ਲੱਗਦੇ ਜੀਵਨ ਦੇ ਵਿੱਚ, ਵੇਖੋ ਕਈ ਵਾਰੀ ਇਹ ਲੱਗ ਜਾਂਦੀਆਂ, ਲੇਕਿਨ ਤਰ੍ਹਾਂ ਤਰ੍ਹਾਂ ਨੂੰ ਲਾ ਲਿਓ, ਉਸੇ ਵੇਲੇ ਤੁਰੰਤ ਜਿਹੜੇ ਮਰ ਜਾਂਦੇ ਹਨ। ਲੇਕਿਨ ਇਹ ਨਹੀਂ ਕਰਦੇ, ਬਹਾਨੇਬਾਜ਼ੀ ਕਰਨੀ ਹੈ। ਕਿਹੜੀਆਂ ਜੂਆਂ ਜਿਹੜੀਆਂ ਸਿਰ ਦੇ ਅੰਦਰ ਚੱਲ ਜਾਂਦੀਆਂ, ਐਵੇਂ ਪਿਆਰਿਓ ਊਲ ਫਜੂਲ ਜਿਹੜਾ ਕੁਝ ਵੀ ਗੱਪ ਮਾਰ ਕਰਕੇ ਸਿੱਖੀ ਤੋਂ ਖਾਰਜ ਹੋ ਜਾਣਾ, ਪਤਿਤ ਪੁਨੇ ਦੇ ਵੱਲ ਵੱਧ ਜਾਣਾ। ਕਿਉਂਕਿ ਉਹਨਾਂ ਦਾ ਜਜ਼ਬਾ ਹੀ ਕੀ ਹੈ, ਜਿਨ੍ਹਾਂ ਦੇ ਅੰਦਰ ਪਿਆਰਿਓ ਜਜ਼ਬਾ ਹੁੰਦਾ, ਜਿਹੜੇ ਮਰਦ ਹੁੰਦੇ ਹਨ, ਜਿਨ੍ਹਾਂ ਦਾ ਗੁਰੂ ਕੇ ਚਰਨਾਂ ਦੇ ਨਾਲ ਪਿਆਰ ਹੁੰਦਾ, ਉਹੀ ਪਿਆਰਿਓ ਸੱਚ ਜਾਣੋ ਸਿੱਖੀ ਸਰੂਪ ਨੂੰ ਜਿਹੜਾ ਉਹੀ ਨਿਭਾ ਸਕਦੇ ਹਨ। ਨਹੀਂ ਤਾਂ ਫਿਰ ਉਹਨਾਂ ਨੂੰ ਬੜਾ ਬੋਝ ਲੱਗਦਾ, ਇੰਨੀ ਵੱਡੀ ਦਸਤਾਰ ਸਜਾਣੀ, ਹੱਥ ਵਿੱਚ ਕੜਾ ਪਾਉਣਾ, ਕੇਸ ਰੱਖਣੇ ਹਨ, ਦਾੜਾ ਰੱਖਣਾ, ਉਹਨਾਂ ਨੂੰ ਪਹਾੜ ਲੱਗਦਾ ਹੈ। ਲੇਕਿਨ ਪਿਆਰਿਓ ਜਿਹੜਾ ਸੱਚ, ਜਿਹੜਾ ਗੁਰੂ ਕਾ ਪਿਆਰਾ ਹੈ, ਜਿਹਨੂੰ ਸਿੱਖੀ ਸਿਦਕ ਦੇ ਨਾਲ ਪਿਆਰ ਹੈ, ਉਹਨੂੰ ਇਹ ਭਾਰ ਨਹੀਂ ਲੱਗਦਾ, ਉਹਨੂੰ ਤਾਂ ਫਿਰ ਫਖਰ ਮਹਿਸੂਸ ਹੁੰਦਾ।
ਉਹ ਦੁਮਾਲਾ ਸਜਾ ਕਰਕੇ ਫਿਰ ਇਹ ਨਹੀਂ ਕਹਿੰਦੇ ਜੀ ਇੰਨਾ ਵੱਡਾ ਦੁਮਾਲਾ ਸਜਾਇਆ ਮੈਂ ਭਾਰ ਦੇ ਹੇਠ ਦਬ ਗਿਆ। ਉਹ ਤਾਂ ਸੁਰਖਰੂ ਹੁੰਦੇ ਹਨ। ਉਹ ਫਿਰ ਐ ਦਾੜਾ ਹੋਵੇ ਤਾਂ ਪ੍ਰਕਾਸ਼ ਕਰਕੇ ਰੱਖਦੇ ਹਨ, ਖੁੱਲਾ ਕਰਕੇ ਰੱਖਦੇ ਹਨ, ਕਿਉਂਕਿ ਉਹਨਾਂ ਦਾ ਪਿਆਰ ਹੈ ਸਿੱਖੀ ਸਿਦਕ ਦੇ ਨਾਲ। ਕਿਉਂਕਿ ਇਹ ਜਣਾ ਕਣਾ ਜਿਹੜਾ ਹੈ, ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ ਕਿ ਇੱਕ ਆਮ ਵਿਅਕਤੀ ਜਿਹੜਾ ਹੈ, ਆਮ ਜਨ ਸਧਾਰਨ ਜਿਹੜਾ ਹੈ, ਦਬੜੂ ਘੁਸੜੂ ਜਿਹੜਾ ਹੈ, ਉਹ ਸਿੱਖੀ ਦੇ ਉੱਤੇ ਚੱਲ ਹੀ ਨਹੀਂ ਸਕਦਾ। ਉਹ ਤਾਂ ਉਸੇ ਵੇਲੇ ਖਾਰਜ ਹੋ ਜਾਵੇਗਾ। ਜਿਹੜੇ ਸਿੱਖੀ ਦੇ ਉੱਤੇ ਚੱਲਦੇ ਹਨ, ਇਹ ਖੰਡੇ ਦੀ ਧਾਰ ਦੇ ਉੱਤੇ ਚੱਲਣਾ ਸਤਿਗੁਰੂ ਮਹਾਰਾਜ ਕਹਿੰਦੇ ਉਹ ਧਨਤਾ ਦੇ ਯੋਗ ਹਨ। ਅਧਿਕ ਪ੍ਰਸਿੱਧ ਕਿਰਪਾ ਨਿਧਾਨ। ਕਿਰਪਾ ਨਿਧਾਨ ਸਤਿਗੁਰੂ ਮਹਾਰਾਜ ਬਾਬਾ ਲੈਣਾ ਜੀ ਦੇ ਉੱਤੇ ਬਹੁਤ ਜ਼ਿਆਦਾ ਪ੍ਰਸੰਨ ਹੋਏ। ਮ੍ਰਿਦੁਲ ਸੁਮਤ ਸੋ ਬਚਨ ਬਖਾਨਾ। ਮ੍ਰਿਦੁਲ ਸੁਮਤ, ਸੁਮਤਵਾਨ ਕੌਣ ਹਨ? ਬਾਬਾ ਲੈਣਾ ਜੀ, ਤੇ ਜਿਨ੍ਹਾਂ ਦਾ ਸੁਭਾਅ ਵੀ ਬਹੁਤ ਜ਼ਿਆਦਾ ਨਿਰਮਲ ਹੈ, ਉਹਨਾਂ ਦੇ ਤਾਂ ਹੀ ਵਚਨ ਉਚਾਰਨ ਕੀਤਾ। ਦੋਹਰਾ ਕਰ ਜੋਰੇ ਕਰਤਾਰ ਕੋ ਬੰਧਨ ਕਰ ਸਿਰ ਨਿਆਏ। ਸਤਿਗੁਰੂ ਮਹਾਰਾਜ ਕਹਿਣ ਲੱਗੇ ਬਾਬਾ ਲੈਣਾ ਜੀ ਹੱਥ ਜੋੜ ਕਰਕੇ ਉਹ ਜੋ ਕਰਤਾਰ ਪ੍ਰਮਾਤਮਾ ਹੈ, ਕਰਤਾਰ ਜਿਹਨੇ ਸਾਰਿਆਂ ਦੀ ਕਰਤਾ ਕਰਨੀ ਕੀਤੀ ਹੈ, ਜਿਹਨੇ ਸਾਰਿਆਂ ਨੂੰ ਪੈਦਾ ਕਰਨਾ ਕੀਤਾ, ਜਾਂ ਇਹਦਾ ਵਿਦਵਾਨ ਇਹ ਵੀ ਅਰਥ ਕਰਦੇ ਹਨ ਸਾਰਿਆਂ ਦੀ ਜੋ ਕਾਰ ਰੂਪੀ ਤਾਰ ਜਿਹੜੀ ਹੈ ਉਹਦੇ ਹੱਥ ਦੇ ਵਿੱਚ ਹੈ, ਉਹਦੇ ਚਰਨਾਂ ਵਿੱਚ ਤੁਸੀਂ ਦੰਡੌਤ ਬੰਧਨ ਕਰਨਾ ਕਰੋ। ਤਬ ਸਮਤਾ ਨਹਿ ਅਪਰ ਮੈਂ ਹੈ ਅਤ ਉਤੰਗ ਪਦ ਪਾਏ। ਮਹਾਰਾਜ ਜੀ ਨੇ ਕਿਹਾ ਕਿ ਤੁਹਾਡੀ ਸਮਤਾ ਕੋਈ ਪ੍ਰਾਪਤ ਨਹੀਂ ਕਰ ਸਕਦਾ, ਕੋਈ ਤੁਹਾਡੀ ਬਰਾਬਰੀ ਨਹੀਂ ਕਰ ਸਕਦਾ, ਕਿਉਂਕਿ ਇੱਕ ਔਕਟ ਘਾਟੀ ਰਾਮ ਕੀ ਤਹਿ ਚੜ ਰਹੇ ਹੋ ਕਬੀਰ। ਕਬੀਰ ਸਾਹਿਬ ਜੀ ਨੇ ਕਿਹਾ ਨਾ ਕਿ ਇਹੋ ਜੀ ਜੋ ਪਰਮ ਸ਼ਿਖਰ ਹੁੰਦਾ, ਪਰਮ ਜਿਹੜੀ ਘਾਟੀ ਹੁੰਦੀ ਹੈ, ਤੁਸੀਂ ਜਦੋਂ ਇੱਕ ਵਾਰੀ ਉਹ ਅਵਸਥਾ ਤੇ ਚੜ ਜਾਓ ਤੇ ਕੋਈ ਤੁਹਾਡੇ ਲਾਗੇ ਨਹੀਂ ਆਉਂਦਾ, ਕੋਈ ਉੱਥੋਂ ਤੱਕ ਪਹੁੰਚ ਨਹੀਂ ਸਕਦਾ। ਇਸ ਤਰ੍ਹਾਂ ਹੀ ਆਪ ਜੀ ਪਰਮ ਅਵਸਥਾ ਦੇ ਵਿੱਚ ਸਿਖਰ ਦੇ ਵਿੱਚ ਪਹੁੰਚ ਚੁੱਕੇ ਹੋ। ਚੌਪਈ ਸੁਨ ਲਹਿਣੇ ਕਹਿ ਪਦ ਅਰਬਿੰਦਾ। ਸੁਣ ਕਰਕੇ ਬਾਬਾ ਲੈਣਾ ਜੀ ਦੇ ਮਨ ਵਿੱਚ ਅਹੰਕਾਰ ਨਹੀਂ ਆਇਆ। ਇਹ ਨਹੀਂ ਕਿਹਾ ਕਿ ਲਓ ਸੰਗਤੋਂ ਵੇਖ ਲਿਆ ਜੀ, ਸੁਣ ਲਿਆ ਮਹਾਰਾਜ ਜੀ ਨੇ ਕੀ ਬੋਲਿਆ ਕਿ ਭਾਈ ਸਭ ਤੋਂ ਉੱਚੀ ਅਵਸਥਾ ਮੈਨੂੰ ਪ੍ਰਾਪਤ ਹੋ ਗਈ ਹੈ। ਕੱਚਾ ਬੰਦਾ ਪਿਆਰਿਓ, ਉਹਦੀ ਥੋੜੀ ਵੀ ਤਾਰੀਫ ਕਰੋ ਨਾ, ਉਸੇ ਵੇਲੇ ਉਹਨੂੰ ਤਾ ਚੜ ਜਾਂਦਾ, ਅਹੰਕਾਰ ਚੜ ਜਾਂਦਾ। ਲੇਕਿਨ ਜਿਹੜਾ ਸੱਚਾ ਬੰਦਾ ਹੋਵੇ, ਉਹਦੀ ਜਦੋਂ ਤਾਰੀਫ ਕੋਈ ਕਰਦੇ ਨਾ, ਜਿੰਨਾ ਉਹਦੀ ਕੋਈ ਤਾਰੀਫ ਕਰਦਾ, ਜਸ ਕਰਦਾ, ਉਹਦੇ ਅੰਦਰ ਔਰ ਜ਼ਿਆਦੀ ਨਿਮਰਤਾ ਆਉਂਦੀ ਹੈ, ਔਰ ਨਿਮਰਤਾ ਦੇ ਨਾਲ ਉਹ ਝੁਕ ਜਾਂਦਾ। ਬਾਬਾ ਲੈਣਾ ਜੀ ਜਦੋਂ ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਇਹ ਬਚਨ ਕੀਤਾ ਕਿ ਤੁਹਾਡੇ ਵਰਗਾ ਕੋਈ ਨਹੀਂ ਹੈ, ਤੁਸੀਂ ਪਰਮ ਸ਼ਿਖਰ ਤੱਕ ਪਹੁੰਚ ਗਏ, ਤੇ ਅਹੰਕਾਰ ਦੇ ਚਰਨਾਂ ਨੂੰ ਫੜਨਾ ਕੀਤਾ। ਧਰਿਓ ਸੀਸ ਲਹਿ ਹਿਰਦੇ ਆਨੰਦਾ। ਹਿਰਦੇ ਵਿੱਚ ਆਨੰਦ ਨੂੰ ਧਾਰਨ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਸੀਸ ਰੱਖ ਕਰਕੇ ਮੱਥਾ ਟੇਕਿਆ ਹੈ। ਬਹਰੋ ਕਿਤਿਕ ਬਿਤਾਇਓ ਕਾਲ। ਇਸ ਤਰ੍ਹਾਂ ਕੁਛ ਕੋ ਸਮਾਂ ਜਦੋਂ ਭਾਈ ਬਤੀਤ ਹੋਇਆ, ਸੇਵਹਿ ਸ੍ਰੀ ਗੁਰ ਚਰਨ ਰਸਾਲਾ। ਸਤਿਗੁਰੂ ਮਹਾਰਾਜ ਜੀ ਦੇ ਚਰਨ ਜੋ ਹਨ ਰਸਾਲ, ਰਸ ਨੂੰ ਦੇਣ ਵਾਲੇ ਮਹਾਰਾਜ ਜੀ ਦੇ ਚਰਨਾਂ ਦੀ ਰਾਜ ਰਾਜ ਕਰਕੇ ਬਾਬਾ ਲੈਣਾ ਜੀ ਸੇਵਾ ਕਰਦੇ ਹਨ। ਇੱਕ ਦਿਨ ਬੂੜੇ ਕੇ ਮਨ ਆਏ। ਇੱਕ ਦਿਨ ਦੀ ਗੱਲ ਹੈ, ਭਾਈ ਬੂੜਾ, ਜਿਨ੍ਹਾਂ ਦਾ ਨਾਮ ਪਿਆਰਿਓ ਅਸਲ ਦੇ ਵਿੱਚ ਬੂੜਾ ਸੀ ਅੜਾੜੇ ਦੇ ਨਾਲ, ਲੇਕਿਨ ਸਤਿਗੁਰੂ ਮਹਾਰਾਜ ਜੀ ਦੇ ਜਦੋਂ ਸ਼ਰਨ ਦੇ ਵਿੱਚ ਆਏ ਨਾ, ਤੇ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਨਾ, ਬੂੜਾ ਬੁੱਢਾ ਇੱਕ ਮਨ ਤੇ ਆਵੇ। ਉਹ ਫਿਰ ਬੁੜਾ ਨਹੀਂ ਰਹਿ ਗਏ। ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਦਾ ਉਹਨਾਂ ਨੂੰ ਖਿਤਾਬ ਦਿੱਤਾ। ਤੇ ਬੁੱਢਾ ਸਾਹਿਬ ਪਿਆਰਿਓ, ਇਹਦਾ ਮਤਲਬ ਕਿ ਉਮਰ ਕਰਕੇ ਵੱਡਾ ਨਹੀਂ ਹੈ। ਕਈ ਵਾਰੀ ਆਪਾਂ ਵੇਖਦੇ ਹਾਂ ਬੰਦੇ ਜਿਹੜੇ ਉਮਰ ਕਰਕੇ ਤਾਂ ਬਹੁਤ ਜ਼ਿਆਦਾ ਵੱਡੇ ਹੋ ਜਾਂਦੇ, ਆਰ ਬਲਾ ਬਹੁਤ ਜ਼ਿਆਦੀ ਵੱਧ ਜਾਂਦੀ ਹੈ, ਲੇਕਿਨ ਮਹਾਰਾਜ ਜੀ ਨੇ ਕਿਹਾ ਨਾ ਕਿ 60 ਕੇ ਬੋਢੇ ਪਾ ਆਵੇ, 70 ਕਾ ਮਤਹੀਨ 80 ਹਾਂ ਕਾ ਵਿਵਹਾਰ ਨਾ ਪਾਵੇ, ਨਾਵੇ ਕਾ ਸਹਿਜਾਸਨੀ ਮੂਲ ਨਾ ਜਾਣੈ ਆਪ ਬਲ। ਭਾਵ ਕਿ 70 ਕਾ ਮਤਹੀਨ ਹੋ ਜਾਂਦਾ, 80 ਹਾਂ ਕਾ ਵਿਵਹਾਰ ਨਾ ਪਾਵੇ। ਜਦੋਂ 80 ਸਾਲ ਦਾ ਬੰਦਾ ਹੋ ਜਾਵੇ, ਉਹਨੂੰ ਵਿਵਹਾਰ ਹੀ ਨਹੀਂ ਰਹਿੰਦਾ। ਕਈ ਵਾਰੀ ਵੇਖਿਓ ਜਿਹੜੇ ਬਜ਼ੁਰਗ ਹੋ ਜਾਂਦੇ, ਉਮਰ ਕਾਫੀ ਜਿਨ੍ਹਾਂ ਦੀ ਵੱਧ ਜਾਂਦੀ ਹੈ, ਜਿਨ੍ਹਾਂ ਦਾ ਚੰਗਾ ਜੀਵਨ ਨਹੀਂ ਹੁੰਦਾ ਪਿਛਲਾ,
ਉਹ ਬੜੇ ਪਿਆਰਿਓ ਇੰਨੇ ਖੜੂਸ ਹੋ ਜਾਂਦੇ ਹਨ, ਸਾਰਿਆਂ ਨੂੰ ਵਕਤ ਪਾ ਕਰਕੇ ਰੱਖਦੇ। ਮਹਾਰਾਜ ਜੀ ਨੇ ਆਪ ਕਿਹਾ ਕਿ 70 ਕਾ ਮਤਹੀਨ ਮਤ ਮਾਰੀ ਜਾਂਦੀ ਹੈ, 80 ਹਾਂ ਕਾ ਵਿਵਹਾਰ ਨਾ ਪਾਵੇ, 80 ਦਾ ਉਹਨੂੰ ਵਿਵਹਾਰ ਹੀ ਨਹੀਂ ਪ੍ਰਾਪਤ ਹੁੰਦਾ। ਤੇ ਜਦੋਂ 90 ਦੀ ਉਮਰ ਆ ਜਾਂਦੀ ਹੈ ਤੇ ਫਿਰ ਉਹ ਨਾਵੇ ਕਾ ਸਹਿਜਾਸਣੀ ਭਾਵ ਕੇ ਸਹਿਜਾ ਦਾ ਉਹ ਸ਼ਿੰਗਾਰ ਬਣ ਜਾਂਦਾ, ਸਦਾ ਮੰਜੇ ਦੇ ਉੱਤੇ ਲੇਟੇ ਰਹਿਣਾ। ਲੇਕਿਨ ਧੰਨ ਬਾਬਾ ਬੁੱਢਾ ਸਾਹਿਬ ਜੀ ਤੇ ਉਮਰ ਪਿਆਰਿਓ ਤਕਰੀਬਨ 110-15 ਸਾਲ ਤੋਂ ਵੱਧ ਇਹਨਾਂ ਦੀ ਉਮਰ ਹੋਈ ਹੈ। ਸਿੱਖਾਂ ਦੇ ਵਿੱਚ ਸਭ ਤੋਂ ਜ਼ਿਆਦੀ ਉਮਰ ਬਾਬਾ ਬੁੱਢਾ ਸਾਹਿਬ ਜੀ ਦੀ ਹੋਈ, ਲੇਕਿਨ ਅਖੀਰਲੇ ਸਵਾਸ ਤੱਕ ਇਹਨਾਂ ਨੇ ਗੁਰੂ ਘਰ ਦੀ ਰੱਜ ਕਰਕੇ, ਤਨ ਕਰਕੇ ਵੀ, ਮਨ ਕਰਕੇ ਵੀ, ਧਨ ਕਰਕੇ ਵੀ ਸੇਵਾ ਕਰਨੀ ਕੀਤੀ। ਸਰੀਰ ਕਰਕੇ ਵੀ ਬਜ਼ੁਰਗ ਦੀ ਅਵਸਥਾ ਪ੍ਰਾਪਤ ਹੋਈ ਹੈ ਤੇ ਫਿਰ ਬੁੱਧੀ ਕਰਕੇ ਵੀ ਬੜੇ ਜੋ ਸਿਆਣੇ ਸਨ, ਬੜੇ ਰੋਸ਼ਨ ਦਿਮਾਗ ਸਨ। ਇਸ ਕਰਕੇ ਮਹਾਰਾਜ ਜੀ ਨੇ ਬੁੱਢਾ ਜਿਹੜਾ ਲਕਬ ਇਹਨਾਂ ਦੇ ਨਾਲ ਲਾਇਆ। ਹਾਂ ਭੀ ਸੇਵ ਕਰੋ ਅਧਿਕਾਰੀ। ਉਹਨਾਂ ਦੇ ਮਨ ਵਿੱਚ ਆਇਆ, ਇਹ ਉਹਨਾਂ ਦੇ ਮਨ ਦੀ ਵਿਚਾਰ ਹੈ। ਉਹਨਾਂ ਨੇ ਮਨ ਵਿੱਚ ਸੋਚਿਆ ਕਿ ਭਾਈ ਮੈਂ ਵੀ ਤਾਂ ਮਹਾਰਾਜ ਜੀ ਦੇ ਦਰ ਦੀ ਬੜੀ ਸੇਵਾ ਕਰਦਾ ਹਾਂ, ਸਦਾ ਰਹਾਉ ਆਇਸ ਅਨਸਾਰੀ। ਸਦਾ ਮੈਂ ਵੀ ਤਾਂ ਮਹਾਰਾਜ ਜੀ ਦੀ ਆਗਿਆ ਦੇ ਵਿੱਚ ਅਨਸਾਰੀ ਬਣ ਕੇ ਰਹਿੰਦਾ। ਤਦਪ ਕਿਰਪਾ ਲਹਿਣੇ ਪਰ ਭਾਰੀ। ਤਾਂ ਵੀ ਸਤਿਗੁਰੂ ਮਹਾਰਾਜ ਜੀ ਦੀ ਜਿਆਦੀ ਕਿਰਪਾ, ਜ਼ਿਆਦਾ ਝੁਕਾਓ ਜਿਹੜਾ ਬਾਬਾ ਲਹਿਣਾ ਜੀ ਦੇ ਵੱਲ ਹੈ। ਅੰਤਰਜਾਮੀ ਸ੍ਰੀ ਗੁਰੂ ਜਾਨੀ। ਇਹ ਤਾਂ ਪਿਆਰਿਓ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਮਨ ਦੇ ਵਿੱਚ ਫੁਰਨਾ ਉੱਠਿਆ, ਉਹਨਾਂ ਨੇ ਸੰਕਲਪ ਲਿਆ। ਲੇਕਿਨ ਜਾਣੀ ਜਾਣ ਪਾਤਸ਼ਾਹ ਜੀ ਜਾਣ ਗਏ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਮਨ ਵਿੱਚ ਕੀ ਪੁਲਾਵ ਪੱਕ ਰਿਹਾ ਹੈ ਕਰਕੇ। ਤਿਸਕੇ ਪਰਖਨ ਕੀ ਬਿਦ ਠਾਨੀ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਬਾਬਾ ਬੁੱਢਾ ਸਾਹਿਬ ਦੇ ਮਨ ਦੇ ਵਿੱਚ ਇਹ ਨਾ ਰਹਿ ਜਾਵੇ, ਇਹਨਾਂ ਨੂੰ ਵੀ ਪਰਖਣਾ ਚਾਹੀਦਾ ਕਰਕੇ। ਉਤੇ ਨਿਸਾ ਇੱਕ ਏਤਵੈ ਪਾਸਾ। ਇੱਕ ਦਿਨ ਦੀ ਗੱਲ ਹੈ, ਰਾਤਰੀ ਦਾ ਸਮਾਂ ਸੀ। ਸਤਿਗੁਰੂ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਬਾਬਾ ਬੁੱਢਾ ਜੀ ਵੀ ਸਨ ਤੇ ਬਾਬਾ ਲਹਿਣਾ ਜੀ ਵੀ ਸਨ ਮਹਾਰਾਜ ਜੀ ਦੀ ਸੇਵਾ ਵਿੱਚ। ਬੋਲੇ ਬਚਨ ਤਬ ਹੈ ਸੁਖ ਰਾਸਾ। ਸੁੱਖਾਂ ਦੀ ਰਾਸ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਚਨ ਉਚਾਰਨ ਕੀਤਾ। ਬੂੜੇ ਵਹਿਰ ਨਿਕਸ ਕੈ ਦੇਖ। ਸਤਿਗੁਰੂ ਜੀ ਕਹਿਣ ਲੱਗੇ ਬੁੱਢਿਆ, ਕਿਉਂਕਿ ਮਹਾਰਾਜ ਜੀ ਨੇ ਤਾਂ ਪ੍ਰੇਮ ਦੇ ਨਾਲ ਹੀ ਇਹ ਸ਼ਬਦ ਬੋਲਣਾ ਹੈ। ਮਹਾਰਾਜ ਜੀ ਨੇ ਕਿਹਾ ਵੇ ਬੁੱਢਿਆ ਜਾ ਕਰਕੇ ਬਾਰ-ਬਾਰ ਵੇਖਣਾ ਕਰ। ਕਿਤਿਕ ਜਾਮਨੀ ਹੈ ਅਭਿਸ਼ੇਕ। ਹੁਣ ਕਿੰਨੀ ਕੋ ਰਾਤ ਜਿਹੜੀ ਇਹਦੇ ਵਿੱਚ ਪਿਆਰਿਓ ਇਹ ਘੜੀਆਂ, ਅਸਲ ਦੇ ਵਿੱਚ ਘੜੀਆਂ ਜਿਹਨੂੰ ਬੋਲਦੇ ਆ ਪੰਜਾਬ ਦੇ ਵਿੱਚ ਬਜ਼ੁਰਗ ਜਿਹੜੇ ਆਪ ਨੂੰ ਪਤਾ ਹੋਵੇਗਾ, ਘੜੀ ਨਹੀਂ ਬੋਲਦੇ, ਟਾਈਮ ਪੀਸ ਬੋਲਦੇ ਹਨ। ਕਿਉਂਕਿ ਘੜੀ ਜਿਹੜਾ ਹੈ ਇੱਕ ਘੜੀ ਆਧੀ ਹੁਣ ਤੇ 7 ਮਿੰਟ ਦੀ, ਲੇਕਿਨ ਅਸਲ ਦੇ ਵਿੱਚ ਇਹਨੂੰ ਟਾਈਮ ਪੀਸ ਕਰਕੇ ਪੰਜਾਬ ਦੇ ਵਿੱਚ ਕਿਹਾ ਜਾਂਦਾ। ਬਜ਼ੁਰਗਾਂ ਨੂੰ ਪਤਾ ਹੋਵੇਗਾ, ਲੇਕਿਨ ਅੱਜ ਜੇ ਟਾਈਮ ਵੇਖਣਾ ਹੋਵੇ ਕੋਈ ਗੱਲ ਨਹੀਂ ਹੈ, ਘੜੀਆਂ ਦੇ ਵਿੱਚ ਵੇਖ ਲਿਓ। ਆ ਮੋਬਾਈਲ ਆ ਗਿਆ, ਮੋਬਾਈਲ ਨੇ ਤਾਂ ਕਈਆਂ ਦਾ ਕੰਮ ਜਿਹੜਾ ਘੜੀਆਂ ਦਾ, ਕਈ ਚੀਜ਼ ਜਿਹੜਾ ਉਹ ਤਾਂ ਮੋਬਾਈਲ ਦੇ ਵਿੱਚ ਆ ਗਿਆ। ਹੱਥ ਵਿੱਚ ਜ਼ਿਆਦਾ ਕਰਕੇ ਘੜੀ ਪਾਉਣ ਦੀ ਲੋੜ ਵੀ ਨਹੀਂ ਹੁੰਦੀ ਹੈ ਤੇ ਮੋਬਾਈਲ ਵੇਖ ਲਿਓ, ਟਾਈਮ ਦਾ ਪਤਾ ਲੱਗ ਜਾਵੇਗਾ। ਲੇਕਿਨ ਪਹਿਲੇ ਜ਼ਮਾਨੇ ਦੇ ਵਿੱਚ ਪਿਆਰਿਓ ਇਸ ਤਰ੍ਹਾਂ ਦੇ ਸਾਧਨ ਨਹੀਂ ਹੋਇਆ ਕਰਦੇ। ਉਹਨਾਂ ਨੂੰ ਉਹ ਕੀ ਕਰਦੇ ਸਨ, ਬਾਰ-ਬਾਰ ਨਿਕਲ ਕਰਕੇ ਜੇ ਦਿਨੇ ਵੇਖਣਾ ਟਾਈਮ ਤੇ ਇੱਕਦਮ ਸੂਰਜ ਦੀ ਰੋਸ਼ਨੀ ਦੇ ਹੇਠ ਖੜ ਕਰਕੇ ਤੇ ਫਿਰ ਜਿੰਨਾ ਪਰਛਾਵਾਂ ਪੈਂਦਾ ਕੁਝ ਗਿਣਤੀ ਮਿਣਤੀ ਹੁੰਦੀ ਹੈ, ਉਹਦੇ ਨਾਲ ਟਾਈਮ ਦਾ ਅਨੁਮਾਨ ਲਾਇਆ ਜਾਂਦਾ। ਤੇ ਰਾਤਰੀ ਨੂੰ ਫਿਰ ਕੀ ਕਰਦੇ ਹਨ, ਜੋ ਤਾਰਿਆਂ ਦੀ ਹਲਚਲ ਹੁੰਦੀ ਹੈ ਉਹਦੇ ਮੁਤਾਬਕ ਪਿਆਰਿਓ ਟਾਈਮ ਜਿਹੜਾ ਵੇਖਿਆ ਜਾਂਦਾ। ਕਿਉਂਕਿ ਆਪਾਂ ਤਾਂ ਪ੍ਰਕਿਰਤੀ ਦੇ ਨਾਲ ਬਿਲਕੁਲ ਟੁੱਟ ਗਏ ਹਾਂ। ਕਦੇ ਆਪ ਜੀ ਨੂੰ ਜੇ ਸਮਾਂ ਮਿਲਦਾ ਤੇ ਰਾਤਰੀ ਨੂੰ ਵੇਖਣਾ ਕਰੋ ਕਿ ਤਾਰੇ ਜਿਹੜੇ ਹਨ ਤੇ ਤਾਰਿਆਂ ਦੀ ਦਿਸ਼ਾ ਜਿਹੜੀ ਹੈ ਪਿਆਰਿਓ ਰਾਤਰੀ ਦੇ ਵਿੱਚ ਬਦਲ ਜਾਂਦੀ ਹੈ। ਧਰੂ ਤਾਰਾ ਜਿਹੜਾ ਉਹੀ ਆਪਣੀ ਥਾਂ ਤੇ ਟਿਕਿਆ ਹੋਇਆ ਹੁੰਦਾ, ਬਾਕੀ ਦੇ ਜਿਹੜੇ ਤਾਰੇ ਜਿਹੜੇ ਚੰਦਰਮਾ ਵੀ ਜਿਹੜਾ ਹੈ ਉਹਦੇ ਨਾਲ ਵੀ ਤੁਸੀਂ ਪਤਾ, ਜ਼ਿਆਦਾ ਕਰਕੇ ਚੰਦਰਮਾ ਦੇ ਨਾਲ ਸਟੀਕ ਟਾਈਮ ਦਾ ਪਤਾ ਨਹੀਂ ਲਾਇਆ ਜਾ ਸਕਦਾ। ਕਿਉਂਕਿ ਕਈ ਵਾਰੀ ਚੰਦਰਮਾ ਘਟਦਾ ਤੇ ਵੱਧਦਾ, ਇਹਦੇ ਨਾਲ ਪੱਕਾ ਅਨੁਮਾਨ ਨਹੀਂ ਲੱਗਦਾ। ਲੇਕਿਨ ਤਾਰਿਆਂ ਦੇ ਨਾਲ ਪੱਕਾ ਅਨੁਮਾਨ ਲਾ ਸਕਦੇ ਆ ਕਿ ਭਾਈ ਤਾਰੇ ਹੁਣ ਆ ਤਾਰਾ ਇਸ ਪਾਸੇ ਹੈ, ਲੱਗਦਾ ਹੁਣ ਇੰਨਾ ਟਾਈਮ ਹੋਵੇਗਾ। ਫਿਰ ਉਹ ਤਾਰੇ ਦੀ ਜਦੋਂ ਦਿਸ਼ਾ ਬਦਲ ਜਾਂਦੀ ਹੈ,
ਇਹ ਉਹਨਾਂ ਦਾ ਕੈਲਕੂਲੇਸ਼ਨ ਹੁੰਦਾ ਸੀ, ਉਹਦੇ ਨਾਲ ਵੇਖ ਕਰਕੇ ਸਮਾਂ ਜਿਹੜਾ ਉਹ ਨਿਯਤ ਕਰਦੇ ਸਨ। ਤਾਂ ਹੀ ਤਾਂ ਮਹਾਰਾਜ ਜੀ ਨੇ ਕਿਹਾ ਬਾਬਾ ਬੁੱਢਾ ਸਾਹਿਬ ਨੂੰ ਕਿ ਭਾਈ ਬਾਹਰ ਜਾ ਕਰਕੇ ਤਾਰਿਆਂ ਨੂੰ ਵੇਖ ਕਰਕੇ ਦੱਸਣਾ ਕਰੋ ਕਿੰਨੀ ਰਾਤ ਹੋ ਗਈ। ਜੀਤੀ ਰਹੀ ਬਤਾਵੋ ਸੋ, ਜਿੰਨੀ ਕੋ ਰਾਤ ਰਹਿ ਗਈ ਹੈ ਨਾਲ ਉਹ ਵੀ ਦੱਸਣਾ ਕਰੋ। ਕਾਲ ਇਸ਼ਨਾਨ ਪਇਓ ਕਿ ਨਾ ਹੋ, ਲੱਗਦਾ ਕਿ ਸਾਨੂੰ ਭੁਲੇਖਾ ਲੱਗ ਰਿਹਾ ਕਿ ਇਸ਼ਨਾਨ ਦਾ ਸਮਾਂ ਹੋਇਆ ਕਿ ਨਹੀਂ ਹੋਇਆ। ਭਾਵ ਕਿ ਜੇ ਚੌਥਾ ਪੈਰ ਚੜ ਗਿਆ ਤੇ ਫਿਰ ਤੁਸੀਂ ਦੱਸ ਦੇਣਾ ਕਰੋ, ਫਿਰ ਆਪਾਂ ਉੱਠ ਕੇ ਇਸ਼ਨਾਨ ਕਰੀਏ। ਨਿਕਸਿਓ ਬੂੜਾ ਦੇਖ ਬਤਾਈ, ਬਾਹਰ ਨਿਕਲ ਕਰਕੇ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੇ ਵੇਖਿਆ, ਵੇਖ ਕਰਕੇ ਦੱਸ ਦਿੱਤਾ। ਅਰਧ ਨਿਸਾ ਅਬ ਹੈ ਗਤ ਦਾਈ, ਕਹਿੰਦੇ ਕਿ ਹੇ ਮੁਕਤੀ ਦਾਤੇ ਸਤਿਗੁਰੂ ਜੀਓ ਆਪ ਵਿਸ਼ਰਾਮ ਕਰਨਾ ਕਰੋ। ਆਪ ਜੀ ਛੇਤੀ ਉੱਠ ਗਏ। ਹਾਲੇ ਤਾਂ ਅੱਧੀ ਰਾਤ ਬਤੀਤ ਹੋਈ ਹੈ, ਭਾਵ ਕਿ ਰਾਤ ਦੇ 12 ਦੇ ਕਰੀਬ ਸਮਾਂ ਹੋ ਰਿਹਾ। ਗੁਰੂ ਕਹਿਓ ਏਤੀ ਅਬ ਨਾਹੀ, ਸਤਿਗੁਰੂ ਮਹਾਰਾਜ ਜੀ ਨੇ ਕਿਹਾ ਲੱਗਦਾ ਬਾਬੇ ਬੁੱਢੇ ਨੂੰ ਕਿ ਤੈਨੂੰ ਕੋਈ ਭੁਲੇਖਾ ਲੱਗ ਗਿਆ, ਸਮਾਂ ਅੱਗੇ ਨਿਕਲ ਗਿਆ ਹੈ। ਏਕ ਜਾਮ ਜਾਮਨੀ ਆਹੀ, ਸਾਨੂੰ ਤਾਂ ਲੱਗਦਾ ਕਿ ਇੱਕ ਪੈਰ ਜਿਹੜਾ ਰਾਤ ਰਹਿ ਗਈ ਹੈ, ਭਾਵ ਕਿ ਅੰਮ੍ਰਿਤ ਵੇਲਾ ਹੋ ਚੁੱਕਾ। ਸਾਨੂੰ ਇਹ ਲੱਗ ਰਿਹਾ, ਤੂੰ ਕਹਿੰਦਾ ਕਿ ਸਤਿਗੁਰੂ ਮਹਾਰਾਜ ਰਾਤ ਦੇ 12 ਵੱਜ ਰਹੇ ਕਰਕੇ। ਭਲੀ ਪ੍ਰਕਾਰ ਬਿਲੋਕ ਬਹੋਰੀ, ਸਤਿਗੁਰੂ ਜੀ ਕਹਿਣ ਲੱਗੇ ਬਾਬੇ ਬੁੱਢੇ ਨੂੰ, ਕਹਿੰਦੇ ਕਿ ਲੱਗਦਾ ਭਾਈ ਤੂਨੇ ਚੰਗੀ ਤਰ੍ਹਾਂ ਨਹੀਂ ਵੇਖਿਆ ਬਾਬਾ ਜੀ, ਫਿਰ ਤੋਂ ਜਾਓ, ਜਾ ਕਰਕੇ ਵੇਖਣਾ ਕਰੋ। ਦੇਹ ਬਤਾਏ ਖੋਏ ਮਤ ਭੂਰੀ, ਤੇ ਆਪਣੀ ਮਤ ਨੂੰ ਛੱਡ ਕਰਕੇ ਚੰਗੀ ਤਰ੍ਹਾਂ ਵੇਖ ਕਰਕੇ ਘੋਖ ਕਰਕੇ ਸਾਨੂੰ ਦੱਸਣਾ ਕਰੋ ਕਿ ਕਿੰਨੀ ਕੋ ਰਾਤ ਰਹਿ ਗਈ ਹੈ। ਸਾਨੂੰ ਤਾਂ ਲੱਗਦਾ ਅੰਮ੍ਰਿਤ ਵੇਲਾ ਹੋ ਆਇਆ, ਤੁਸੀਂ ਕਹਿੰਦੇ ਕਿ ਅੱਧੀ ਰਾਤ ਦਾ ਸਮਾਂ ਹੈ। ਤਬ ਬੂੜੇ ਪਿਖਨੀ ਕੀ ਭਾਂਤੀ, ਫਿਰ ਚੰਗੀ ਤਰ੍ਹਾਂ ਬਾਬੇ ਬੁੱਢੇ ਨੇ ਬਾਹਰ ਜਾ ਕਰਕੇ ਚੰਗੀ ਤਰ੍ਹਾਂ ਘੋਖਣਾ ਕੀਤਾ, ਪੜਤਾਲ ਕੀਤੀ ਹੈ। ਪਹਿਲੇ ਤਾਂ ਵੇਖ ਕਰਕੇ ਹੀ ਆ ਗਏ, ਹੁਣ 5-10 ਮਿੰਟ ਚੰਗੀ ਤਰ੍ਹਾਂ ਤਾਰਿਆਂ ਦੀ ਗਿਣਤੀ ਕਰਕੇ ਚੰਗੀ ਤਰ੍ਹਾਂ ਪੜਤਾਲ ਕਰਕੇ ਵਾਪਸ ਆਏ। ਕਹਿਓ ਪ੍ਰਭੂ ਜੀ ਆਧੀ ਰਾਤੀ, ਆ ਕਰਕੇ ਕਹਿੰਦੇ ਸਤਿਗੁਰੂ ਮਹਾਰਾਜ ਪ੍ਰਭੂ ਜੀਓ ਆਪ ਜੀ ਨੂੰ ਭੁਲੇਖਾ ਲੱਗ ਗਿਆ, ਅੰਮ੍ਰਿਤ ਵੇਲਾ ਨਹੀਂ ਹੋਇਆ, ਹਾਲੇ ਤਾਂ ਅੱਧੀ ਰਾਤ ਦਾ ਸਮਾਂ ਹੈ। ਜਾਮ ਨਹੀਂ ਮੈਂ ਦੇਖੀ ਨੀਕੇ, ਇੱਕ ਜਾਮ ਨਹੀਂ ਰਹਿ ਗਿਆ, ਮੈਂ ਚੰਗੀ ਤਰ੍ਹਾਂ ਵੇਖਿਆ, ਅੱਧੀ ਰਾਤ ਦਾ ਸਮਾਂ ਹੋ ਰਿਹਾ। ਸੁਣ ਬੋਲੇ ਪ੍ਰਿਯ ਸਿੱਖਨ ਜੀ ਕੇ, ਸੁਣ ਕਰਕੇ ਸਿੱਖਾਂ ਨੂੰ ਪ੍ਰੇਮ ਕਰਨ ਵਾਲੇ ਕੌਣ ਹਨ? ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ। ਏਕ ਜਾਮ ਜਾਮਨੀ ਹੋਈ, ਸਤਿਗੁਰੂ ਜੀ ਕਹਿਣ ਲੱਗੇ ਕਿ ਬੁੱਢਿਆ ਤੈਨੂੰ ਸਮਾਂ ਦਾ ਪਤਾ ਨਹੀਂ ਚੱਲ ਰਿਹਾ, ਤੂੰ ਐਵੇਂ ਆ ਕਰਕੇ ਕਹੀ ਜਾਂਦਾ ਅੱਧੀ ਰਾਤ ਦਾ। ਅਸੀਂ ਤੈਨੂੰ ਕਹਿ ਰਹੇ ਹਾਂ ਇੱਕ ਪੈਰ ਰਾਤ ਰਹਿ ਗਈ ਹੈ। ਤੈਂ ਨਹਿ ਪਿਖੀ ਭਲੀ ਬਿਦ ਸੋਈ, ਲੱਗਦਾ ਤੂਨੇ ਚੰਗੀ ਤਰ੍ਹਾਂ ਨਹੀਂ ਪੜਤਾਲ ਕਰਨਾ ਕੀਤਾ, ਇਸ ਕਰਕੇ ਬਾਰ-ਬਾਰ ਆ ਕਰਕੇ ਕਹਿ ਦਿੰਦੋ ਕਿ ਅੱਧੀ ਰਾਤ ਦਾ ਸਮਾਂ, ਲੇਕਿਨ ਸਾਨੂੰ ਲੱਗ ਰਿਹਾ ਅੰਮ੍ਰਿਤ ਵੇਲਾ ਹੋ ਰਿਹਾ। ਬਹਰੋ ਬੂੜੇ ਦੇਖ ਆਕਾਸ਼, ਫਿਰ ਬਾਬਾ ਬੁੱਢਾ ਜੀ ਬਾਹਰ ਗਏ ਤੇ ਚੰਗੀ ਤਰ੍ਹਾਂ ਆਕਾਸ਼ ਦੇ ਵੱਲ ਉਹਨਾਂ ਨੇ ਵੇਖਣਾ ਕੀਤਾ। ਅਰਧ ਰਾਤਰੀ ਅਬ ਹੈ ਸੁਖ ਰਾਸ, ਫਿਰ ਚੰਗੀ ਤਰ੍ਹਾਂ ਵੇਖ ਕਰਕੇ ਫਿਰ 5-10 ਮਿੰਟ ਜ਼ਿਆਦਾ ਸਮਾਂ ਲਾ ਕਰਕੇ ਪੜਤਾਲ ਕਰਕੇ ਆਏ ਤੇ ਕਹਿੰਦੇ ਸਤਿਗੁਰੂ ਮਹਾਰਾਜ ਤੁਸੀਂ ਗਲਤ ਬੋਲਦੇ ਹੋ, ਤੁਹਾਨੂੰ ਲੱਗਦਾ ਭੁਲੇਖਾ ਲੱਗ ਰਿਹਾ। ਅੰਦਰ ਬੈਠ ਕਰਕੇ ਬਾਹਰ ਦਾ ਕਿਸ ਤਰ੍ਹਾਂ ਪਤਾ ਚੱਲੇਗਾ ਕਿੰਨਾ ਸਮਾਂ ਹੋ ਰਿਹਾ? ਤੁਸੀਂ ਤਾਂ ਅੰਦਰ ਹੀ ਬੈਠ ਕਰਕੇ ਕਹੀ ਜਾਂਦੇ ਲੱਗਦਾ ਅੰਮ੍ਰਿਤ ਵੇਲਾ ਹੋ ਗਿਆ, ਲੇਕਿਨ ਮਹਾਰਾਜ ਬਾਹਰ ਨਿਕਲ ਕੇ ਵੇਖੋ ਤਾਂ ਪਤਾ ਲੱਗੇਗਾ ਅੱਧੀ ਰਾਤ ਦਾ ਸਮਾਂ ਹੈ। ਤੀਨ ਬਾਰੀਓਂ ਬਚਨ ਹਟਾਏ, ਇਸ ਤਰ੍ਹਾਂ 3 ਵਾਰੀ ਸਤਿਗੁਰੂ ਮਹਾਰਾਜ ਜੀ ਦਾ ਬਚਨ ਇਹਨਾਂ ਨੇ ਮੋੜਨਾ ਕੀਤਾ। ਮਹਾਰਾਜ ਜੀ ਨੇ ਕਿਹਾ ਲੱਗਦਾ ਅੰਮ੍ਰਿਤ ਵੇਲਾ, ਤੇ ਬਾਬਾ ਬੁੱਢਾ ਜੀ ਕਹਿੰਦੇ ਨਹੀਂ ਮਹਾਰਾਜ ਅੱਧੀ ਰਾਤ ਦਾ ਸਮਾਂ ਹੈ। ਸ਼੍ਰੀ ਗੁਰੂ ਕੋ ਆਸ਼ਰੈ ਨਹਿ ਪਾਏ, ਆਸ਼ੈ ਭਾਵ ਕਿ ਸਤਿਗੁਰੂ ਮਹਾਰਾਜ ਜੀ ਦਾ ਇਹ ਜੋ ਆਸ਼ਾ ਹੈ, ਆਸ਼ਰੈ ਦਾ ਮਤਲਬ ਹੁੰਦਾ ਕਿ ਕਿਹਨੂੰ ਸਹਾਰਾ ਪ੍ਰਾਪਤ ਹੋਣਾ। ਇਹ ਆਸ਼ੈ ਦਾ ਮਤਲਬ ਕਿ ਮਹਾਰਾਜ ਜੀ ਦੀ ਜੋ ਭਾਵਨਾ ਹੈ, ਜੋ ਮਹਾਰਾਜ ਜੀ ਦਾ ਜੋ ਮਰਗਜ਼ ਹੈ ਉਹਨੂੰ ਇਹਨਾਂ ਨੇ ਪ੍ਰਾਪਤ ਨਹੀਂ ਕਰਨਾ ਕੀਤਾ। ਲਹਿਣੇ ਸੂ ਬੋਲੇ ਗਤ ਦਾਈ, ਫਿਰ ਮੁਕਤੀ ਦਾਤੇ ਸਤਿਗੁਰਾਂ ਨੇ ਕੀ ਕਰਨਾ ਕੀਤਾ? ਬਾਬਾ ਲੈਣਾ ਜੀ ਨੂੰ ਫਿਰ ਬਚਨ ਕੀਤਾ। ਤੂੰ ਅਵਿਲੋਕ ਬਹਿਰ ਅਬ ਜਾਈ, ਸਤਿਗੁਰੂ ਜੀ ਕਹਿਣ ਲੱਗੇ ਕਿ ਬਾਬਾ ਲੈਣਾ ਜੀ ਤੁਸੀਂ ਬਾਹਰ ਜਾ ਕੇ ਵੇਖੋ, ਲੱਗਦਾ ਬਾਬੇ ਬੁੱਢੇ ਨੂੰ ਪਤਾ ਹੀ ਨਹੀਂ ਚੱਲ ਰਿਹਾ,
ਇਹਦੀ ਮੱਤ ਮਾਰੀ ਗਈ ਹੈ, ਇਹਨੂੰ ਸਮਝ ਹੀ ਨਹੀਂ ਲੱਗ ਰਿਹਾ ਕਿ ਕੀ ਵੇਖਣਾ ਚਾਹੀਦਾ। ਅਸੀਂ ਕਹਿੰਦੇ ਆ ਅੰਮ੍ਰਿਤ ਵੇਲਾ ਹੋ ਰਿਹਾ, ਇਹ ਕਹਿੰਦਾ ਜੀ 12 ਵਜ ਰਹੇ, ਅੱਧੀ ਰਾਤ ਦਾ ਸਮਾਂ ਹੈ। ਸਾਨੂੰ ਇਹਦੇ ਉੱਤੇ ਵਿਸ਼ਵਾਸ ਨਹੀਂ ਹੈ, ਤੁਸੀਂ ਬਾਹਰ ਜਾ ਕਰਕੇ ਵੇਖੋ, ਜੀਤੀ ਨਿਸ ਹੈ ਦੇਹੁ ਬਤਾਈ। ਜਾ ਕਰਕੇ ਵੇਖੋ ਕਿੰਨੀ ਰਾਤ ਰਹਿ ਗਈ ਹੈ ਤੇ ਕਿੰਨੀ ਰਹਿਣ ਵਾਲੀ ਹੈ, ਆ ਕਰਕੇ ਸਾਨੂੰ ਦੱਸ ਦਿਆ ਜੇ। ਨਿਕਸਿਓ ਤੂਰਨ ਦੇਰ ਨ ਲਾਈ। ਤੁਰੰਤ ਬਾਬਾ ਲੈਣਾ ਜੀ ਬਾਹਰ ਨਿਕਲ ਕੇ ਆਏ ਤੇ ਉਹਨਾਂ ਨੇ ਵੇਖਿਆ। ਉਡਗਨ ਕੋ ਬਿਲੋਕ ਕਹਿਬਾਨੀ। ਫਿਰ ਜਾ ਕਰਕੇ ਉਡਗਣ ਦਾ ਮਤਲਬ ਤਾਰੇ ਜਿਹੜੇ ਹਨ, ਤਾਰਿਆਂ ਨੂੰ ਚੰਗੀ ਤਰ੍ਹਾਂ ਵੇਖਿਆ, ਪੜਤਾਲ ਕੀਤੀ ਹੈ। ਉਹ ਵੇਖ ਕਰਕੇ ਆਏ ਤੇ ਕਹਿਣ ਲੱਗੇ, ਅਰਧ ਨਿਸਾ ਅਬ ਸ਼੍ਰੀ ਗੁਣ ਖਾਨੀ। ਕਹਿੰਦੇ ਕਿ ਇਹ ਗੁਨਾਦੀ ਖਾਨ ਸਤਿਗੁਰੂ ਜੀਓ, ਬਾਬਾ ਬੁੱਢਾ ਨੇ ਸਹੀ ਬਚਨ ਕੀਤਾ ਹੈ, ਆਧੀ ਰਾਤ ਦਾ ਹੀ ਸਮਾਂ ਹੋ ਰਿਹਾ ਹੈ। ਗੁਰ ਬੋਲੇ ਦੇਖੋ ਤੁਮ ਨੀਚ। ਫਿਰ ਸਤਿਗੁਰੂ ਮਹਾਰਾਜ ਕਹਿਣ ਲੱਗੇ, ਲੱਗਦਾ ਬਾਬਾ ਲੈਣਾ ਜੀ ਤੁਸੀਂ ਵੀ ਭੁਲੇਖੇ ਦੇ ਵਿੱਚ ਆ ਗਏ, ਚੰਗੀ ਤਰ੍ਹਾਂ ਜਾ ਕਰਕੇ ਪੜਤਾਲ ਕਰਨਾ ਕਰੋ, ਵੇਖਣਾ ਕਰੋ। ਜਾਮ ਜਾਮਨੀ ਹੈ ਅਬ ਠੀਕ। ਅਸੀਂ ਤਾਂ ਇਹ ਕਹਿੰਦੇ ਆ ਕਿ ਭਾਈ ਹੁਣ ਜਾਮਨੀ ਦਾ ਸਮਾਂ ਰਹਿ ਗਿਆ, ਅੰਮ੍ਰਿਤ ਵੇਲਾ ਦਾ ਸਮਾਂ ਹੋ ਗਿਆ, ਇਹ ਸਾਨੂੰ ਠੀਕ ਲੱਗਦਾ। ਇੰਨਾ ਸਮਾਂ ਰਹਿ ਗਿਆ, ਇਹ ਸਾਨੂੰ ਲੱਗਦਾ। ਦੋਹਰਾ ਲਹਿਣਾ ਹਿਰਦੈ ਵਿਚਾਰੀ ਹੈ ਆਧੀ ਹੀ ਰਾਤ। ਇਹ ਬਚਨ ਸੁਣ ਕਰਕੇ ਬਾਬਾ ਲੈਣਾ ਜੀ ਨੇ ਫਿਰ ਵਿਚਾਰ ਕਰਨੀ ਕੀਤੀ। ਉਹ ਸਤਿਗੁਰੂ ਮਹਾਰਾਜ ਜੀ ਦੀ ਹੁਣ ਪਿਆਰਿਓ ਰਮਜ ਦੇ ਵਿੱਚ ਆਏ। ਪਹਿਲੇ ਤਾਂ ਬਚਨਾਂ ਦੇ ਉੱਤੇ ਧਿਆਨ ਦਿੱਤਾ ਕਿ ਲੱਗਦਾ ਮਹਾਰਾਜ ਜੀ ਸਾਡੇ ਤਾਂ ਹੀ ਪੁੱਛ ਰਹੇ ਹਨ, ਬਚਨ ਕਰ ਰਹੇ ਹਨ। ਹੁਣ ਸ਼ਬਦ ਦਾ ਜਿਹੜਾ ਭਾਵ ਜੋ ਹੈ, ਸ਼ਬਦ ਦਾ ਜੋ ਮਰਗਜ਼ ਹੈ, ਸਤਿਗੁਰੂ ਮਹਾਰਾਜ ਕੀ ਕਹਿਣਾ ਚਾਹੁੰਦੇ ਹਨ, ਸਤਿਗੁਰੂ ਮਹਾਰਾਜ ਜੀ ਦੀ ਭਾਵਨਾ ਕੀ ਹੈ, ਹੁਣ ਇਹਦੀ ਵਿਚਾਰ ਕਰਨੀ ਕੀਤੀ ਤੇ ਮਨ ਵਿੱਚ ਸੋਚਦੇ ਕਿ ਮਨਾ ਰਾਤ ਤਾਂ ਅੱਧੀ ਰਾਤ ਹੋ ਰਹੀ ਹੈ, ਅੱਧੀ ਰਾਤ ਦਾ ਸਮਾਂ ਚੱਲ ਰਿਹਾ। ਤਦਿਅਪ ਗੁਰੂ ਸੁਹਾਵ ਜੋ ਸੋ ਨਹਿ ਜਾਣਿਓ ਜਾ। ਫਿਰ ਸਤਿਗੁਰੂ ਮਹਾਰਾਜ ਜੀ ਦੇ ਸੁਭਾਵ ਦਾ ਜਿਹੜਾ ਹੈ, ਸਤਿਗੁਰੂ ਮਹਾਰਾਜ ਜੀ ਦੀ ਕੀ ਭਾਵਨਾ ਹੈ, ਮਹਾਰਾਜ ਜੀ ਦੀ ਭਾਵਨਾ ਦਾ ਪਤਾ ਨਹੀਂ ਚੱਲ ਰਿਹਾ। ਕਿਉਂਕਿ ਮਹਾਰਾਜ ਇਹੋ ਜੀ ਗੱਲ ਨਹੀਂ ਹੈ ਕਿ ਮਹਾਰਾਜ ਜੀ ਨੂੰ ਪਤਾ ਨਹੀਂ ਹੋਵੇਗਾ, ਇਹਦੇ ਵਿੱਚ ਵੀ ਸਤਿਗੁਰੂ ਮਹਾਰਾਜ ਜੀ ਦੀ ਕੋਈ